ਮੇਰੇ ਵਿਆਹ ਨੂੰ 4 ਮਹੀਨੇ ਹੀ ਹੋਏ ਸੀ। ਜ਼ਿੰਦਗੀ ਬਹੁਤ ਵਧੀਆ ਤੇ ਖੁਸ਼ੀ-ਖੁਸ਼ੀ ਬੀਤ ਰਹੀ ਸੀ। ਅਸੀਂ ਘਰ ਵਿੱਚ 3 ਮੈਂਬਰ ਸੀ। ਮੈਂ, ਮੇਰਾ ਘਰਵਾਲਾ ਤੇ ਮੇਰਾ ਦਿਓਰ। ਮੇਰੇ ਘਰਵਾਲੇ ਨੂੰ ਨੌਕਰੀ ਕਰਕੇ ਦੂਜੇ ਸ਼ਹਿਰ ਜਾਣਾ ਪਿਆ। ਉਹ ਮੈਨੂੰ ਕਹਿ ਕੇ ਗਏ ਕਿ ਤੂੰ ਮੇਰੇ ਭਰਾ ਦਾ ਧਿਆਨ ਰੱਖੀਂ। ਮੈਂ ਕਿਹਾ ਠੀਕ ਹੈ। ਮੇਰਾ ਦਿਓਰ ਬੱਚਾ ਹੀ ਸੀ ਤੇ ਮੈਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ। ਮੈਂ ਉਸ ਨੂੰ ਆਪ ਸਕੂਲ ਛੱਡ ਕੇ ਆਉਂਦੀ ਤੇ ਆਪ ਵਾਪਸ ਲੈ ਕੇ ਆਉਂਦੀ, ਕਿਉਂਕਿ ਸਕੂਲ ਮੇਰੇ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ। ਮੈਨੂੰ ਬਸ 20 ਮਿੰਟ ਲੱਗਦੇ ਸੀ। ਉਹ ਹੁਣ ਵੱਡਾ ਹੋ ਰਿਹਾ ਸੀ, ਆਪਣਾ ਧਿਆਨ ਆਪ ਰੱਖ ਸਕਦਾ ਸੀ। ਪਰ ਮੇਰਾ ਘਰਵਾਲਾ ਪਤਾ ਨਹੀਂ ਕਿਉਂ ਉਸ ਨੂੰ ਲੁਕਾ ਕੇ ਰੱਖਦਾ ਸੀ। ਕਦੀ ਤਾਂ ਮੈਨੂੰ ਡਰ ਲੱਗਦਾ ਸੀ ਕਿ ਹੁਣ ਉਹ ਵੱਡਾ ਹੋ ਗਿਆ ਹੈ, ਪਰ ਮੈਂ ਇਸ ਗੱਲ 'ਤੇ ਕੋਈ ਬਹਿਸ ਨਹੀਂ ਕੀਤੀ ਤੇ ਆਪਣੇ ਘਰਵਾਲੇ ਵਾਂਗ ਉਸ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਮੈਂ ਉਸ ਨੂੰ ਸਕੂਲ ਛੱਡਣ ਗਈ ਤਾਂ ਮੈਂ ਉਸ ਦੇ ਸਰ ਨੂੰ ਮਿਲੀ ਤੇ ਚੌਂਕ ਗਈ। ਉਹ ਕੋਈ ਹੋਰ ਨਹੀਂ, ਮੇਰਾ ਹੀ ਪੁਰਾਣਾ ਆਸ਼ਿਕ ਸੀ। ਮੈਂ ਹੈਰਾਨ ਹੋ ਗਈ। ਉਹ ਤਾਂ ਮਰ ਚੁੱਕਾ ਸੀ, ਪਰ ਅੱਜ ਉਹ ਮੇਰੇ ਸਾਹਮਣੇ ਕਿੱਦਾਂ ਖੜਾ ਸੀ। ਉਹ ਜ਼ਿੰਦਾ ਸੀ, ਸਹੀ ਸਲਾਮਤ ਸੀ, ਪਰ ਇਹ ਕਿੱਦਾਂ ਹੋ ਸਕਦਾ ਹੈ? ਉਹ ਜ਼ਿੰਦਗੀ ਦੇ ਇਸ ਮੋੜ 'ਤੇ ਮੈਨੂੰ ਕਿਵੇਂ ਮਿਲ ਸਕਦਾ ਸੀ? ਉਸ ਦੀ ਤਾਂ ਇੱਕ ਹਾਦਸੇ ਵਿੱਚ ਮੌਤ ਹੋ ਚੁੱਕੀ ਸੀ। ਨਹੀਂ ਨਹੀਂ, ਇੱਦਾਂ ਕਿਵੇਂ? ਉਹ ਅਚਾਨਕ ਮੈਨੂੰ ਇਸ ਤਰ੍ਹਾਂ ਮਿਲ ਸਕਦਾ ਸੀ। ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਨਾਲ ਮੇਰੀ ਕਦੀ ਮੁਲਾਕਾਤ ਵੀ ਹੋਵੇਗੀ। ਖੈਰ, ਮੈਂ ਆਪਣੇ ਸੰਦੀਪ ਨੂੰ ਲੈ ਕੇ ਘਰ ਆ ਗਈ। ਮੇਰੇ ਤਾਂ ਪਸੀਨੇ ਹੀ ਛੁੱਟ ਗਏ ਸਨ। ਮੈਂ ਸੋਫੇ 'ਤੇ ਬੈਠੀ ਸੀ। ਮੇਰੇ ਦਿਓਰ ਨੇ ਪੁੱਛਿਆ, ਭਾਬੀ ਕੀ ਗੱਲ ਹੋ ਗਈ? ਤੁਹਾਨੂੰ ਉਸ ਦੇ ਮੂੰਹ 'ਤੇ ਹਲਕੀ ਜਿਹੀ ਮੁਸਕਾਨ ਲੱਗੀ। ਮੈਂ ਆਪਣੀਆਂ ਅੱਖਾਂ ਨੀਚੇ ਕਰ ਲਈਆਂ, ਕਿਉਂਕਿ ਮੈਨੂੰ ਡਰ ਸੀ ਕਿ ਕਿਤੇ ਉਸ ਨੂੰ ਮੇਰੇ ਰਾਜ਼ ਬਾਰੇ ਪਤਾ ਨਾ ਲੱਗ ਜਾਵੇ। ਉਸ ਨੇ ਮੈਨੂੰ ਪਾਣੀ ਦਾ ਗਲਾਸ ਦੇ ਦਿੱਤਾ। ਮੈਂ ਉਸ ਤੋਂ ਪਾਣੀ ਫੜ ਲਿਆ ਸੀ। ਜਦੋਂ ਗਲਾਸ ਫੜਦੇ ਹੋਏ ਮੇਰਾ ਧਿਆਨ ਉਸ ਵੱਲ ਗਿਆ ਤਾਂ ਮੈਂ ਡਰ ਗਈ, ਕਿਉਂਕਿ ਉਹ ਮੇਰੇ ਵੱਲ ਪਿਆਸੀਆਂ ਅੱਖਾਂ ਨਾਲ ਦੇਖ ਰਿਹਾ ਸੀ। ਮੈਂ ਡਰ ਗਈ ਤੇ ਉਸ ਨੂੰ ਹੱਥ ਫੜ ਕੇ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਬੈੱਡ 'ਤੇ ਬੈਠ ਗਈ। ਮੇਰਾ ਸਰੀਰ ਕੰਬ ਰਿਹਾ ਸੀ। ਮੈਨੂੰ ਅਹਿਸਾਸ ਹੋਇਆ ਕਿ ਮੈਂ ਬਹੁਤ ਬੁਰੀ ਤਰ੍ਹਾਂ ਕੰਬ ਰਹੀ ਸੀ। ਫਿਰ ਮੈਂ ਸੋਚਿਆ ਕਿ ਮੈਂ ਅਜਿਹਾ ਕੀ ਜੁਰਮ ਕੀਤਾ ਸੀ ਜੋ ਮੈਂ ਉਸ 13 ਸਾਲ ਦੇ ਬੱਚੇ ਤੋਂ ਡਰ ਰਹੀ ਸੀ। ਮੈਂ ਆਪਣੇ ਆਪ ਨੂੰ ਤਸੱਲੀ ਦਿੱਤੀ ਕਿ ਮੈਂ ਕਿਉਂ ਇਸ ਬੱਚੇ ਤੋਂ ਡਰ ਰਹੀ ਹਾਂ। ਫਿਰ ਮੈਂ ਆਪਣੇ ਦਿਮਾਗ ਵਿੱਚੋਂ ਕੱਢ ਦਿੱਤਾ ਕਿ ਮੈਨੂੰ ਕੀ ਲੋੜ ਹੈ ਇਸ ਬੱਚੇ ਤੋਂ ਡਰਨ ਦੀ। ਫਿਰ ਮੈਂ ਦਰਵਾਜ਼ਾ ਖੋਲ੍ਹ ਕੇ ਘਰ ਦਾ ਕੰਮ ਕਰਨ ਲੱਗੀ। ਮੇਰਾ ਦਿਓਰ ਘਰ ਤੋਂ ਬਾਹਰ ਗਿਆ ਸੀ। ਮੈਂ ਘਰ ਦੇ ਕੰਮਾਂ ਵਿੱਚ ਲੱਗ ਗਈ। 2 ਜਾਣੇ ਤਾਂ ਅਸੀਂ ਸੀ, ਕੰਮ ਵੀ ਕੀ ਹੋਊਗਾ। ਮੈਨੂੰ ਆਪਣੇ ਪਾਪਾ ਦੀ ਗੱਲ ਯਾਦ ਆ ਗਈ। ਉਹ ਕਿਹਾ ਕਰਦੇ ਸੀ ਕਿ ਕਦੀ ਆਪਣੀ ਧੀ ਨੂੰ ਉਸ ਘਰ ਵਿੱਚ ਕਦੀ ਨਾ ਵਿਆਹੋ ਜਿੱਥੇ 2 ਮੁੰਡੇ ਹੋਣ, ਪਰ ਮੇਰੀ ਮਾਂ ਨਹੀਂ ਮੰਨੀ। ਹੁਣ ਮੈਨੂੰ ਪਾਪਾ ਦੀ ਗੱਲ ਯਾਦ ਆ ਰਹੀ ਸੀ। ਕਾਸ਼ ਉਸ ਸਮੇਂ ਮਾਂ ਨੇ ਮੰਨ ਲਈ ਹੁੰਦੀ ਤਾਂ ਹਾਲਾਤ ਹੋਰ ਹੀ ਹੁੰਦੇ। ਮੇਰਾ ਵਿਆਹ ਜਦੋਂ ਰਾਜ ਨਾਲ ਹੋਇਆ ਸੀ, ਉਹ ਮੇਰਾ ਬਹੁਤ ਧਿਆਨ ਰੱਖਦੇ ਸਨ, ਪਰ ਹੁਣ ਘਰ ਦੇ ਹਾਲਾਤ ਬਦਲ ਰਹੇ ਸੀ। ਉਹਨਾਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ, ਇਸ ਲਈ ਉਹਨਾਂ ਪਹਿਲੀ ਨੌਕਰੀ ਛੱਡ ਕੇ ਨਵੀਂ ਜੁਆਇਨ ਕਰ ਲਈ। ਇਸ ਕਰਕੇ ਉਹਨਾਂ ਨੂੰ ਘਰ ਤੋਂ ਬਾਹਰ ਜਾਣਾ ਪੈਂਦਾ ਸੀ। ਜਦੋਂ ਸਾਡਾ ਵਿਆਹ ਹੋਇਆ ਸੀ, ਉਹ ਜ਼ਿਆਦਾ ਬਾਹਰ ਨਹੀਂ ਸੀ ਰਹਿੰਦੇ। ਉਹ ਰਾਤ ਨੂੰ ਜਲਦੀ ਘਰ ਆ ਜਾਂਦੇ ਸੀ, ਕਦੀ ਰਾਤ ਬਾਹਰ ਨਹੀਂ ਰਹਿੰਦੇ ਸੀ। ਮੈਂ ਤਾਂ ਉਹਨਾਂ ਨੂੰ ਮਨਾ ਕੀਤਾ ਹੋਇਆ ਸੀ ਕਿ ਨਾ ਜਾਓ। ਉਹਨਾਂ ਕਿਹਾ ਕਿ ਮੇਰੀ ਕਿਹੜਾ ਸਰਕਾਰੀ ਨੌਕਰੀ ਹੈ ਜੋ ਮਨਾ ਕਰ ਦੇਵਾਂ, ਜਾਣਾ ਹੀ ਪੈਣਾ ਹੈ। ਉਹ ਪਹਿਲੀ ਵਾਰ ਇੰਨੇ ਦਿਨਾਂ ਲਈ ਕਿਤੇ ਬਾਹਰ ਗਏ ਸਨ। ਮੈਨੂੰ ਡਰ ਲੱਗ ਰਿਹਾ ਸੀ। ਹੁਣ ਤਾਂ ਮੇਰੀ ਮਾਂ ਵੀ ਨਹੀਂ ਸੀ ਜਿਸ ਨੂੰ ਮੈਂ ਆਪਣੇ ਕੋਲ ਬੁਲਾ ਲੈਂਦੀ। ਭਾਬੀ ਤੇ ਭੈਣਾਂ ਆਪਣੇ ਘਰ ਵਿੱਚ ਬਿਜ਼ੀ ਸੀ, ਇਸ ਲਈ ਮੈਂ ਕਿਸ ਨੂੰ ਬੁਲਾਉਂਦੀ। ਮੈਂ ਤਾਂ ਚੁੱਪ ਕਰਕੇ ਆਪਣੇ ਘਰਵਾਲੇ ਦਾ ਇੰਤਜ਼ਾਰ ਕਰਨ ਲੱਗੀ। ਮੈਨੂੰ ਕੀ ਪਤਾ ਸੀ ਕਿ ਉਹ ਹਾਲੇ ਕੁਝ ਦਿਨ ਹੋਰ ਸ਼ਹਿਰ ਤੋਂ ਬਾਹਰ ਹੀ ਰਹਿਣਗੇ। ਅਗਲੇ ਦਿਨ ਮੈਂ ਆਪਣੇ ਦਿਓਰ ਨੂੰ ਸਕੂਲ ਛੱਡਣ ਗਈ। ਉਹ ਉੱਥੇ ਹੀ ਖੜਾ ਸੀ। ਮੈਂ ਜਲਦੀ ਨਾਲ ਸਕੂਲ ਦੇ ਅੰਦਰ ਚਲੀ ਗਈ। ਮੇਰੇ ਦਿਓਰ ਨੇ ਇਹ ਗੱਲ ਨੋਟ ਕਰ ਲਈ ਸੀ। ਉਸ ਦਿਨ ਸਕੂਲ ਵਿੱਚ ਮੇਰੇ ਦਿਓਰ ਦੀ ਪੇਰੈਂਟਸ ਮੀਟਿੰਗ ਸੀ। ਹੁਣ ਮੇਰੀ ਸੱਸ ਤਾਂ ਹੈ ਨਹੀਂ ਸੀ, ਇਸ ਲਈ ਮੇਰੇ ਦਿਓਰ ਦੀ ਸਕੂਲ ਮੀਟਿੰਗ ਮੈਨੂੰ ਹੀ ਅਟੈਂਡ ਕਰਨੀ ਪੈਂਦੀ ਸੀ। ਜਦੋਂ ਮੈਂ ਮੀਟਿੰਗ ਰੂਮ ਵਿੱਚ ਗਈ ਤਾਂ ਉਹ ਬਿਲਕੁਲ ਸਾਹਮਣੇ ਬੈਠਾ ਸੀ। ਮੈਨੂੰ ਦੇਖ ਕੇ ਉਹ ਖੜਾ ਹੋ ਗਿਆ ਸੀ। ਉਸ ਦੇ ਚਿਹਰੇ 'ਤੇ ਉਹੀ ਮੁਸਕਾਨ ਸੀ। ਕੁਝ ਵੀ ਤਾਂ ਨਹੀਂ ਬਦਲਿਆ ਸੀ, ਬਸ ਹੁਣ ਉਸ ਦੇ ਚਿਹਰੇ 'ਤੇ ਉਦਾਸੀ ਸੀ। ਮੈਂ ਇੱਕਦਮ ਚਿਹਰੇ ਨੂੰ ਥੱਲੇ ਕਰ ਲਿਆ ਸੀ, ਪਰ ਹੁਣ ਦੇਰ ਹੋ ਚੁੱਕੀ ਸੀ। ਉਹ ਪਤਾ ਨਹੀਂ ਕਿੰਨੀ ਦੇਰ ਮੇਰੇ ਮੂੰਹ ਵੱਲ ਦੇਖੀ ਗਿਆ। ਫਿਰ ਮੇਰੇ ਦਿਓਰ ਨੇ ਉਸ ਦਾ ਧਿਆਨ ਬਟਾਇਆ ਤੇ ਕਿਹਾ, ਸਰ, ਇਹ ਮੇਰੀ ਭਾਬੀ ਹੈ। ਮੇਰੀ ਜਾਣ ਪਛਾਣ ਕਰਵਾਈ। ਉਹ ਮੇਰੇ ਨਾਲ ਸਲੀਕੇ ਨਾਲ ਗੱਲ ਕਰਨ ਲੱਗਾ, ਪਰ ਮੈਂ ਬਹੁਤ ਕਨਫਿਊਜ਼ ਸੀ ਤੇ ਆਪਣੇ ਅਤੀਤ ਵਿੱਚ ਚਲੀ ਗਈ।
ਉਸ ਦੀਆਂ ਨਜ਼ਰਾਂ ਤੋਂ ਮੇਰੇ ਦਿਓਰ ਨੂੰ ਪਤਾ ਨਹੀਂ ਕੀ ਸਮਝ ਲਿਆ ਸੀ। ਮੈਂ ਆਪਣੇ ਦਿਓਰ ਨੂੰ ਕਿਹਾ, ਘਰ ਚੱਲ, ਬਹੁਤ ਕੰਮ ਹੈ, ਪਰ ਪਤਾ ਨਹੀਂ ਲੱਗਾ ਕਿ ਉਸ ਦੇ ਟੀਚਰ ਨੇ ਕਦੋਂ ਖਾਣ-ਪੀਣ ਦਾ ਸਮਾਨ ਮੰਗਵਾ ਲਿਆ ਸੀ। ਪਰ ਮੇਰਾ ਦਿਓਰ ਖਾਈ ਜਾ ਰਿਹਾ ਸੀ, ਕਹਿ ਰਿਹਾ ਸੀ, ਭਾਬੀ ਤੁਸੀਂ ਰੋਜ਼ ਮੇਰੇ ਨਾਲ ਆ ਜਾਇਆ ਕਰੋ, ਸਰ ਤੋਂ ਵਧੀਆ ਚੀਜ਼ਾਂ ਖਾਣ ਨੂੰ ਮਿਲਣਗੀਆਂ। ਮੈਂ ਤਾਂ ਮਸਾਂ ਹੀ 2 ਬੁਰਕੀਆਂ ਖਾਧੀਆਂ ਸਨ। ਮੈਂ ਜਲਦੀ ਨਾਲ ਬਾਹਰ ਆ ਗਈ ਸੀ। ਸੰਦੀਪ ਲੇਟ ਬਾਹਰ ਆਇਆ। ਉਸ ਤੋਂ ਪਹਿਲਾਂ ਉਸ ਦਾ ਟੀਚਰ ਬਾਹਰ ਆ ਗਿਆ ਸੀ। ਮੈਂ ਤਾਂ ਪਹਿਲਾਂ ਹੀ ਉਸ ਤੋਂ ਬਚਦੀ-ਬਚਾਉਂਦੀ ਆਟੋ ਰਿਕਸ਼ਾ ਵਿੱਚ ਬਹਿ ਗਈ ਸੀ ਅਤੇ ਸੰਦੀਪ ਨੂੰ ਇਸ਼ਾਰਾ ਕੀਤਾ। ਉਹ ਆਪਣੇ ਦੋਸਤ ਨਾਲ ਖੜਾ ਸੀ। ਅਸੀਂ ਘਰ ਆ ਗਏ ਸੀ। ਮੈਨੂੰ ਤਾਂ ਇੰਨੀ ਘਬਰਾਹਟ ਹੋ ਰਹੀ ਸੀ ਕਿ ਸਾਹ ਲੈਣ ਵਿੱਚ ਵੀ ਤਕਲੀਫ਼ ਹੋ ਰਹੀ ਸੀ। ਮੇਰੇ ਦਿਓਰ ਨੇ ਕਿਹਾ ਕਿ ਭਾਬੀ ਗੱਲ ਹੈ। ਮੈਂ ਉਸ ਨੂੰ ਪੁੱਛਿਆ, ਕੀ ਮਤਲਬ ਹੈ? ਉਸ ਨੇ ਕਿਹਾ, ਕੀ ਚੱਕਰ ਸੀ? ਮੈਂ ਕਿਹਾ ਕਿ ਕਿਸ ਦੇ ਬਾਰੇ ਗੱਲ ਕਰ ਰਿਹਾ ਹੈ? ਉਸ ਨੇ ਕਿਹਾ ਕਿ ਮੇਰਾ ਸਰ ਹਰਸ਼, ਤੁਸੀਂ ਪਹਿਲਾਂ ਤੋਂ ਜਾਣਦੇ ਹੋ ਉਹਨਾਂ ਨੂੰ? ਮੈਂ ਕਿਹਾ, ਨਹੀਂ, ਮੈਂ ਨਹੀਂ ਜਾਣਦੀ ਉਹਨਾਂ ਨੂੰ। ਉਸ ਨੇ ਕਿਹਾ, ਕਿੰਨੇ ਚੰਗੇ ਨੇ। ਮੈਂ ਉਸ ਨੂੰ ਕਿਹਾ, ਮੇਰਾ ਤਾਂ ਉਹਨਾਂ ਨਾਲ ਦੂਰ-ਦੂਰ ਤੱਕ ਕੋਈ ਸੰਬੰਧ ਨਹੀਂ। ਤੈਨੂੰ ਕਿਸ ਨੇ ਕਿਹਾ ਹੈ? ਉਸ ਨੇ ਕਿਹਾ ਕਿ ਰਿਲੈਕਸ ਭਾਬੀ, ਇੰਨਾ ਕਿਉਂ ਘਬਰਾ ਗਈ? ਮੈਂ ਕਿਹਾ ਕਿ ਮੈਂ ਤਾਂ ਤੇਰੇ ਭਰਾ ਕਰਕੇ ਪਰੇਸ਼ਾਨ ਹਾਂ, ਪਤਾ ਨਹੀਂ ਕਦੋਂ ਵਾਪਸ ਆਉਣਗੇ। ਸੰਦੀਪ ਨੇ ਕਿਹਾ, ਕੋਈ ਗੱਲ ਨਹੀਂ ਭਾਬੀ, ਵੀਰ ਇੱਥੇ ਨਹੀਂ ਹੈ ਤਾਂ ਕੋਈ ਗੱਲ ਨਹੀਂ, ਸਰ ਹਰਸ਼ ਤਾਂ ਹੈ। ਉਸ ਨੇ ਅਜਿਹਾ ਇਸ ਲਈ ਕਿਹਾ ਸੀ ਕਿ ਉਹ ਮੈਨੂੰ ਦੱਸ ਰਿਹਾ ਸੀ ਕਿ ਉਸ ਨੂੰ ਮੇਰੇ 'ਤੇ ਸ਼ੱਕ ਸੀ ਅਤੇ ਉਹ ਸਭ ਕੁਝ ਜਾਣ ਗਿਆ ਹੈ। ਮੈਂ ਇਸ ਕਦਰ ਡਰ ਗਈ ਕਿ ਮੈਂ ਉਸ ਦੇ ਅੱਗੇ ਹੱਥ ਜੋੜ ਦਿੱਤੇ, ਕਿਹਾ ਕਿ ਰੱਬ ਦੇ ਵਾਸਤੇ ਕਿਸੇ ਨੂੰ ਕੁਝ ਨਾ ਕਹੀਂ। ਉਹ ਕਹਿਣ ਲੱਗਾ ਕਿ ਇਹ ਤਾਂ ਮੇਰੇ 'ਤੇ ਹੈ, ਇਹ ਗੱਲ ਕਦੋਂ ਤੱਕ ਰਾਜ਼ ਬਣ ਕੇ ਰਹਿੰਦੀ ਹੈ? ਉਸ ਨੇ ਕਿਹਾ, ਭਾਬੀ ਤੁਸੀਂ ਇਸ ਤਰ੍ਹਾਂ, ਮੈਂ ਤਾਂ ਤੁਹਾਨੂੰ ਬਹੁਤ ਸਿੱਧੀ-ਸਾਦੀ ਸਮਝਦਾ ਸੀ, ਪਰ ਤੁਸੀਂ ਤਾਂ ਕਿਹੋ ਜਿਹੇ ਗੁਲ ਖਿਲਾਏ ਨੇ ਆਪਣੀ ਜਵਾਨੀ ਵਿੱਚ, ਤੇ ਦੇਖੋ ਕਿੱਦਾਂ ਰਾਜ਼ ਖੁੱਲ੍ਹ ਰਹੇ ਹਨ। ਫਿਰ ਉਸ ਨੇ ਕਿਹਾ, ਕੋਈ ਗੱਲ ਨਹੀਂ, ਮੈਂ ਇਹ ਰਾਜ਼ ਕਿਸੇ ਨੂੰ ਨਹੀਂ ਦੱਸਾਂਗਾ। ਤੁਸੀਂ ਮੇਰਾ ਇੱਕ ਕੰਮ ਕਰ ਦਿਓ, ਮੈਂ ਇਸ ਰਾਜ਼ ਨੂੰ ਰਾਜ਼ ਹੀ ਰਹਿਣ ਦੇਵਾਂਗਾ। ਤੁਹਾਨੂੰ ਮੇਰੀ ਇੱਕ ਸ਼ਰਤ ਮੰਨਣੀ ਪੈਣੀ ਹੈ। ਮੈਂ ਇਸ ਕਦਰ ਡਰ ਗਈ ਤੇ ਕਿਹਾ ਕਿ ਮੈਨੂੰ ਤੇਰੀ ਹਰ ਸ਼ਰਤ ਮਨਜ਼ੂਰ ਹੈ। ਮੈਨੂੰ ਇਹ ਸੀ ਕਿ ਉਹ ਮੇਰੇ ਤੋਂ ਜਾਂ ਤਾਂ ਪੈਸੇ ਮੰਗ ਲਵੇਗਾ ਜਾਂ ਫਿਰ ਕੋਈ ਕੀਮਤੀ ਚੀਜ਼। ਮੈਂ ਉਸ ਨੂੰ ਹਾਂ ਕਰ ਦਿੱਤੀ ਸੀ। ਮੈਂ ਉਸ ਨੂੰ ਕਿਹਾ ਕਿ ਮੇਰੇ ਹੱਥਾਂ ਵੱਲ ਦੇਖ, ਤੈਨੂੰ ਹੱਥ ਜੋੜਦੀ ਹਾਂ, ਤੂੰ ਕਿਸੇ ਨੂੰ ਕੁਝ ਨਾ ਦੱਸੀਂ। ਤੂੰ ਦੱਸ ਤੈਨੂੰ ਕੀ ਚਾਹੀਦਾ ਹੈ? ਉਸ ਨੇ ਕਿਹਾ, ਮੈਂ ਕਿਸੇ ਨੂੰ ਨਹੀਂ ਦੱਸਾਂਗਾ, ਪਰ ਮੇਰੀ ਸ਼ਰਤ ਪਹਿਲਾਂ ਪੂਰੀ ਕਰੋ। ਮੈਂ ਕਿਹਾ, ਦੱਸ ਕੀ ਸ਼ਰਤ ਹੈ? ਤਾਂ ਉਸ ਨੇ ਕਿਹਾ, ਸ਼ਰਤ ਤਾਂ ਮੈਂ ਪਰਸੋਂ ਦੱਸਾਂਗਾ। ਮੈਂ ਕਿਹਾ, ਹੁਣੀ ਦੱਸ ਦੇ। ਉਸ ਨੇ ਕਿਹਾ, ਭਾਬੀ ਪਰਸੋਂ ਦੱਸ ਦੇਵਾਂਗਾ ਜਾਂ ਫਿਰ ਕੱਲ੍ਹ ਦੱਸ ਦੇਵਾਂਗਾ, ਤੁਸੀਂ ਇੰਨੀ ਚਿੰਤਾ ਨਾ ਕਰੋ। ਮੈਨੂੰ ਜ਼ਰੂਰੀ ਕੰਮ ਹੈ, ਮੈਂ ਬਾਹਰ ਜਾ ਰਿਹਾ ਹਾਂ। ਇਹ ਕਹਿ ਕੇ ਉਹ ਚਲਾ ਗਿਆ। ਮੈਨੂੰ ਚਿੰਤਾ ਵਿੱਚ ਛੱਡ ਕੇ ਚਲਾ ਗਿਆ। ਮੈਂ ਹਿੰਮਤ ਕਰਕੇ ਕੰਮ ਕੀਤੇ ਤੇ ਇੰਨੇ ਵਿੱਚ ਮੇਰੇ ਘਰਵਾਲੇ ਦਾ ਫ਼ੋਨ ਆ ਗਿਆ। ਮੇਰਾ ਸਰੀਰ ਬੁਰੀ ਤਰ੍ਹਾਂ ਕੰਬ ਰਿਹਾ ਸੀ। ਮੈਨੂੰ ਲੱਗਾ ਕਿ ਮੇਰੇ ਦਿਓਰ ਨੇ ਸਭ ਦੱਸ ਦਿੱਤਾ। ਫ਼ੋਨ ਦੀ ਘੰਟੀ ਵੱਜ ਕੇ ਹਟ ਗਈ। ਸਾਰਾ ਦਿਨ ਘੁੰਮਣ ਤੋਂ ਬਾਅਦ ਉਹ ਘਰ ਆਇਆ ਤੇ ਕਹਿਣ ਲੱਗਾ, ਭਾਬੀ ਸ਼ਰਤ ਤਾਂ ਮੈਂ ਪਰਸੋਂ ਹੀ ਦੱਸਾਂਗਾ। ਮੈਂ ਆਪਣੇ ਦੋਸਤਾਂ ਨਾਲ ਰੋਟੀ ਖਾ ਲਈ ਹੈ, ਤੁਸੀਂ ਵੀ ਖਾ ਕੇ ਆਪਣੇ ਕਮਰੇ ਵਿੱਚ ਸੌਂ ਜਾਓ। ਵੀਰਾ ਕੱਲ੍ਹ ਜਾਂ ਪਰਸੋਂ ਨੂੰ ਆ ਜਾਊਗਾ। ਉਹ ਮੈਨੂੰ ਏਦਾਂ ਦਾ ਐਕਸਪ੍ਰੈਸ਼ਨ ਦੇ ਰਿਹਾ ਸੀ ਕਿ ਮੈਂ ਨਾ ਢੰਗ ਨਾਲ ਰੋਟੀ ਖਾ ਸਕੀ ਤੇ ਨਾ ਸੌਂ ਸਕੀ। ਮੈਨੂੰ ਲੱਗ ਰਿਹਾ ਸੀ ਕਿ ਨਾਲ ਦੇ ਕਮਰੇ ਵਿੱਚ ਕੋਈ ਗੱਲਾਂ ਕਰ ਰਿਹਾ ਹੋਵੇ। ਸਾਡੇ ਘਰ ਦੇ ਸਾਹਮਣੇ ਸਾਰੇ ਕਮਰੇ ਏਦਾਂ ਦੇ ਹੀ ਸੀ, ਨਾਲ-ਨਾਲ ਸੀ। ਮੈਨੂੰ ਗੱਲਾਂ ਦੀ ਆਵਾਜ਼ ਲਗਾਤਾਰ ਆ ਰਹੀ ਸੀ। ਮੈਂ ਦੀਵਾਰ ਦੇ ਵਿਚਲੇ ਸੁਰਾਖ ਰਾਹੀਂ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਇੱਕ ਔਰਤ ਦਿਸੀ ਜਿਸ ਨਾਲ ਉਹ ਚਿਪਕ ਕੇ ਬੈਠਾ ਸੀ ਅਤੇ ਉਸ ਦੇ ਕੰਨ ਵਿੱਚ ਬਾਰ-ਬਾਰ ਕੁਝ ਕਹਿ ਰਿਹਾ ਸੀ। ਮੈਂ ਬਹੁਤ ਹੈਰਾਨ ਹੋ ਗਈ ਸੀ। ਪਹਿਲਾਂ ਤਾਂ ਮੇਰਾ ਦਿਲ ਕੀਤਾ ਮੈਂ ਜਾ ਕੇ ਉਸ ਦੇ ਮੂੰਹ 'ਤੇ ਥੱਪੜ ਮਾਰਾਂ ਤੇ ਉਸ ਨੂੰ ਪੁੱਛ ਲਵਾਂ ਕਿ ਇਹ ਸਭ ਕੀ ਹੈ। ਫਿਰ ਮੈਂ ਸੋਚਿਆ ਕਿ ਸੰਦੀਪ ਬਹੁਤ ਤੇਜ਼ ਹੈ। ਜੇਕਰ ਉਸਨੇ ਔਰਤ ਨੂੰ ਕਿਤੇ ਲੁਕਾ ਦਿੱਤਾ ਤੇ ਮੁੱਕਰ ਗਿਆ ਤਾਂ ਫਿਰ ਮੈਂ ਕੀ ਕਰਾਂਗੀ। ਸੋਚਿਆ ਕਿ 1-2 ਦਿਨ ਉਡੀਕ ਕਰਦੀ ਹਾਂ। ਜੇਕਰ ਇਸਨੇ ਫੇਰ ਏਦਾਂ ਕੀਤਾ ਤਾਂ ਮੈਂ ਪੁੱਛ ਲਵਾਂਗੀ। ਅਗਲੇ ਦਿਨ ਉਸ ਨੂੰ ਸਕੂਲ ਤੋਂ ਛੁੱਟੀ ਸੀ। ਮੈਂ ਬੇਫਿਕਰ ਹੋ ਕੇ ਸੁੱਤੀ ਰਹੀ। ਜਦੋਂ ਅਚਾਨਕ ਯਾਦ ਆਇਆ ਤਾਂ ਮੈਂ ਜਲਦੀ ਨਾਲ ਉੱਠੀ ਤੇ ਸੰਦੀਪ ਨੂੰ ਜਾ ਕੇ ਜਗਾਉਣ ਲੱਗੀ। ਉਹ ਇੱਕਦਮ ਹੜਬੜਾ ਕੇ ਉੱਠਿਆ ਤੇ ਕਹਿਣ ਲੱਗਾ ਕਿ ਭਾਬੀ ਛੁੱਟੀ ਵਾਲੇ ਦਿਨ ਤਾਂ ਮੈਨੂੰ ਸੌਣ ਦਿਆ ਕਰੋ। ਮੈਂ ਕਿਹਾ ਕਿ ਮੈਂ ਗਰਮ-ਗਰਮ ਨਾਸ਼ਤਾ ਬਣਾ ਰਹੀ ਹਾਂ, ਤੂੰ ਵੀ ਖਾ ਲੈ। ਉਹ ਉੱਠਿਆ ਤੇ ਮੇਰੇ ਪਿੱਛੇ-ਪਿੱਛੇ ਆ ਕੇ ਕਿਚਨ ਵਿੱਚ ਮੇਜ਼ 'ਤੇ ਬਹਿ ਗਿਆ ਤੇ ਉਬਾਸੀਆਂ ਲੈਣ ਲੱਗਾ। ਮੈਂ ਕਿਹਾ, ਕੀ ਗੱਲ, ਰਾਤ ਨੂੰ ਸੁੱਤਾ ਨਹੀਂ? ਤਾਂ ਕਹਿਣ ਲੱਗਾ, ਰਾਤਾਂ ਨੂੰ ਜਾਗਣ ਦਾ ਕੰਮ ਤੁਹਾਡਾ ਹੈ ਭਾਬੀ, ਮੈਂ ਮਾਸੂਮ ਬੱਚਾ ਜਾਗ ਕੇ ਕੀ ਕਰਾਂਗਾ। ਮੈਨੂੰ ਉਸ ਦੀ ਗੱਲ 'ਤੇ ਬਹੁਤ ਸ਼ਰਮ ਆਈ। ਇਸ ਤੋਂ ਬਾਅਦ ਮੈਂ ਕੁਝ ਨਾ ਕਿਹਾ। ਫਿਰ ਉਹ ਮਜ਼ੇ ਨਾਲ ਨਾਸ਼ਤਾ ਕਰਨ ਲੱਗਾ। ਜਦੋਂ ਪੇਟ ਭਰ ਗਿਆ ਤਾਂ ਕਹਿਣ ਲੱਗਾ, ਸੁਣ ਭਾਬੀ, ਤੁਸੀਂ ਐਵੇਂ ਨਾ ਡਰ ਜਾਇਆ ਕਰੋ, ਤੁਸੀਂ ਬਹੁਤ ਚੰਗੇ ਹੋ।
ਮੇਰੀ ਸ਼ਰਤ ਸੁਣੋ, ਮੈਂ ਇੱਕ ਸ਼ਰਤ 'ਤੇ ਵੀਰੇ ਨੂੰ ਕੁਝ ਨਹੀਂ ਦੱਸਾਂਗਾ। ਜੇਕਰ ਤੁਸੀਂ ਮੇਰੀ ਇਹ ਗੱਲ ਮੰਨ ਲਵੋ ਤਾਂ ਮੈਂ ਉਸ ਤੋਂ ਬਾਅਦ ਸੰਦੀਪ ਨੇ ਜੋ ਮੈਨੂੰ ਕਿਹਾ, ਪਤਾ ਨਹੀਂ ਮੈਂ ਕਿੱਥੋਂ ਹਿੰਮਤ ਲੈ ਕੇ ਆਈ, ਉਸ ਦੀ ਗੱਲ ਸੁਣ ਸਕਾਂ। ਮੈਂ ਉਸ ਨੂੰ ਕਿਹਾ, ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਇਹ ਗੱਲ ਕਹਿੰਦੇ? ਮੇਰੀਆਂ ਅੱਖਾਂ ਵਿੱਚ ਹੰਝੂ ਰੁਕ ਨਹੀਂ ਰਹੇ ਸਨ। ਮੈਂ ਉਸ ਨੂੰ ਲਗਾਤਾਰ ਦੇਖੀ ਜਾ ਰਹੀ ਸੀ, ਕੀ ਪਤਾ ਉਹ ਸ਼ਰਮਿੰਦਾ ਹੋ ਜਾਏ, ਉਸ ਨੂੰ ਸ਼ਰਮ ਆ ਜਾਵੇ ਕਿ ਇਹ ਮੇਰੀ ਭਾਬੀ ਹੈ ਤੇ ਭਾਬੀ ਮਾਂ ਵਾਂਗ ਹੁੰਦੀ ਹੈ, ਉਸ ਨਾਲ ਮਾਂ ਵਾਂਗ ਸਲੂਕ ਕਰਨ। ਪਰ ਕਦੀ ਦਿਓਰ ਵੀ ਭਾਬੀ ਨੂੰ ਮਾਂ ਮੰਨਦੇ ਹਨ? ਮੈਂ ਹੈਰਾਨ ਸੀ ਕਿ ਇੰਨੀ ਛੋਟੀ ਉਮਰ ਵਿੱਚ ਉਸ ਨੇ ਮੈਨੂੰ ਕਿੰਨੀ ਘਟੀਆ ਗੱਲ ਕਹੀ ਸੀ। ਮੈਂ ਉਸ ਨੂੰ ਕਿਹਾ, ਤੈਨੂੰ ਪਤਾ ਵੀ ਹੈ ਤੂੰ ਕੀ ਕਹਿ ਰਿਹਾ ਹੈ? ਉਸ ਨੇ ਕਿਹਾ, ਹਾਂ ਮੈਨੂੰ ਪਤਾ ਹੈ ਕਿ ਮੈਂ ਕੀ ਕਹਿ ਰਿਹਾ ਹਾਂ। ਤੁਸੀਂ ਜੋ ਸੁਣਿਆ ਹੈ ਮੈਂ ਉਹੀ ਕਹਿ ਰਿਹਾ ਹਾਂ। ਜੇਕਰ ਤੁਸੀਂ ਮੇਰੀ ਗੱਲ ਨਾ ਮੰਨੀ ਤਾਂ ਤੁਸੀਂ ਆਪ ਇਸ ਦੇ ਜ਼ਿੰਮੇਵਾਰ ਹੋਣਾ ਹੈ। ਮੇਰੇ ਨਾਲ ਤਾਂ ਉਹ ਗੱਲ ਹੋ ਗਈ ਸੀ, ਅੱਗੇ ਖੂਹ ਤੇ ਪਿੱਛੇ ਖਾਈ। ਜੇਕਰ ਮੈਂ ਉਸ ਦੀ ਗੱਲ ਮੰਨਦੀ ਤਾਂ ਵੀ ਫਸਦੀ ਸੀ, ਜੇ ਨਾ ਮੰਨਦੀ ਤਾਂ ਵੀ ਮਰਦੀ ਸੀ। ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮੌਤ ਹੀ ਚੰਗੀ ਹੈ। ਮੇਰੀਆਂ ਅੱਖਾਂ ਵਿੱਚ ਹੰਝੂ ਵਗ ਰਹੇ ਸਨ। ਮੈਂ ਉੱਥੇ ਹੀ ਮੇਜ਼ 'ਤੇ ਬਹਿ ਗਈ। ਮੇਰਾ ਸਾਰਾ ਨਾਸ਼ਤਾ ਜਲ ਗਿਆ। ਪਰਮਾਤਮਾ ਨੂੰ ਕਹਿ ਰਹੀ ਸੀ ਕਿ ਮੇਰੀ ਮਦਦ ਕਰੋ। ਨਾ ਹੀ ਮੈਂ ਨਾਸ਼ਤਾ ਕਰ ਸਕੀ ਤੇ ਨਾ ਹੀ ਕੁਝ ਹੋਰ। ਸੰਦੀਪ ਘਰ ਤੋਂ ਬਾਹਰ ਜਾ ਚੁੱਕਾ ਸੀ। ਮੇਰੇ ਦਿਲ ਵਿੱਚ ਉਸ ਲਈ ਨਫ਼ਰਤ ਭਰ ਗਈ। ਛੋਟਾ ਜਿਹਾ ਮੁੰਡਾ ਮੇਰਾ ਦੁਸ਼ਮਣ ਬਣ ਗਿਆ। ਪਰਮਾਤਮਾ ਇਸ ਨੂੰ ਅਕਲ ਦੇ। ਹਾਲੇ ਉਸ ਨੂੰ ਗਏ ਥੋੜ੍ਹੀ ਦੇਰ ਹੋਈ ਸੀ। ਉਹ ਵਾਪਸ ਆ ਗਿਆ ਤੇ ਕਹਿਣ ਲੱਗਾ, ਭਾਬੀ ਤੁਸੀਂ ਮੇਰੇ ਬਾਰੇ ਕੀ ਸੋਚਿਆ ਹੈ? ਮੈਂ ਕਿਹਾ, ਤੂੰ ਇਹ ਕੀ ਕਹਿ ਰਿਹਾ ਹੈ? ਤੈਨੂੰ ਬਿਲਕੁਲ ਸ਼ਰਮ ਨਹੀਂ ਹੈ? ਕੀ ਗੱਲ ਦਾ ਬਦਲਾ ਲੈ ਰਿਹਾ ਹੈ? ਉਸਨੇ ਕਿਹਾ, ਭਾਬੀ ਕਿਹੜਾ ਬਦਲਾ? ਤੁਸੀਂ ਮੇਰੀ ਮਾਂ ਵਰਗੇ ਹੋ। ਮਾਂ ਤੋਂ ਕੌਣ ਬਦਲਾ ਲੈਂਦਾ ਹੈ ਤੇ ਕੌਣ ਤੰਗ ਕਰਦਾ ਹੈ? ਉਸ ਦੀ ਹਰ ਗੱਲ ਵਿੱਚੋਂ ਸ਼ੈਤਾਨੀ ਝਲਕ ਰਹੀ ਸੀ। ਮੇਰਾ ਦਿਲ ਕਰ ਰਿਹਾ ਸੀ ਉਸ ਦੇ ਮੂੰਹ 'ਤੇ ਇੰਨੇ ਥੱਪੜ ਮਾਰਾਂ ਕਿ ਉਸ ਨੂੰ ਹੋਸ਼ ਆ ਜਾਵੇ। ਫਿਰ ਉਸਨੇ ਕਿਹਾ, ਅੱਜ ਰਾਤ ਨੂੰ ਤਿਆਰ ਰਹਿਣਾ, ਮੈਂ ਤੁਹਾਡਾ ਇੰਤਜ਼ਾਰ ਕਰਾਂਗਾ। ਪਤਾ ਨਹੀਂ ਪਰਮਾਤਮਾ ਮੈਨੂੰ ਕਿਸ ਗੱਲ ਦੀ ਸਜ਼ਾ ਦੇ ਰਿਹਾ ਸੀ। ਮੈਂ ਪਰਮਾਤਮਾ ਨੂੰ ਕਹਿ ਰਹੀ ਸੀ ਕਿ ਇਸ ਦਿਲ ਨੂੰ ਇੰਨਾ ਵੱਡਾ ਕਰ ਦੇ ਕਿ ਰਾਤ ਆਵੇ ਹੀ ਨਾ, ਕਿਉਂਕਿ ਉਸ ਰਾਤ ਨੇ ਮੇਰੇ ਮੂੰਹ 'ਤੇ ਕਾਲਖ ਮਲ ਦੇਣੀ ਸੀ। ਇਸ ਕਾਲਖ ਨੇ ਮੇਰੇ ਦਿਨ ਦੇ ਉਜਲੇ ਨੂੰ ਕਾਲਾ ਕਰ ਦੇਣਾ ਸੀ। ਮੈਂ ਦੇਖਿਆ ਰਾਤ ਹੋਣ ਵਾਲੀ ਹੈ, ਮਤਲਬ ਮੈਨੂੰ ਮੌਤ ਆਉਣ ਵਿੱਚ ਥੋੜ੍ਹਾ ਹੀ ਸਮਾਂ ਬਾਕੀ ਹੈ। ਰਾਤ ਦੇ 9 ਵੱਜ ਗਏ ਸਨ। ਮੈਂ ਰਾਤ ਦੀ ਰੋਟੀ ਬਣਾਉਣ ਤੋਂ ਬਾਅਦ ਨਹਾ ਧੋ ਕੇ ਭਗਵਾਨ ਦੇ ਅੱਗੇ ਪ੍ਰਾਰਥਨਾ ਕਰਨ ਲੱਗੀ। ਇੰਨੇ ਨੂੰ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਣ ਲੱਗਿਆ। ਮੈਂ ਉਸ ਦੀ ਪਰਵਾਹ ਕੀਤੇ ਬਿਨਾਂ ਪੂਜਾ ਵਿੱਚ ਲੱਗੀ ਰਹੀ ਤਾਂ ਜੋ ਮੈਂ ਇਸ ਪਾਪ ਤੋਂ ਬਚ ਜਾਵਾਂ। ਦਰਵਾਜ਼ੇ ਦਾ ਖੜਕਣਾ ਬੰਦ ਹੋ ਗਿਆ ਸੀ ਤੇ ਮੇਰੀ ਪੂਜਾ ਵੀ ਹੋ ਗਈ ਸੀ। ਬਾਹਰ ਦਾ ਦਰਵਾਜ਼ਾ ਖੁੱਲ੍ਹਿਆ। ਸੰਦੀਪ ਅੰਦਰ ਆਇਆ। ਉਸ ਕੋਲ ਘਰ ਦੀ ਡੁਪਲੀਕੇਟ ਚਾਬੀ ਸੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਕੁੰਡਾ ਲਾ ਲਿਆ। ਉਸਨੇ ਮੇਰਾ ਦਰਵਾਜ਼ਾ ਬਹੁਤ ਖੜਕਾਇਆ ਤੇ ਫਿਰ ਮੈਨੂੰ ਉਸ ਦੀ ਆਵਾਜ਼ ਆਈ ਕਿ ਭਾਬੀ ਤੁਸੀਂ ਆਪਣੇ ਲਈ ਮੁਸੀਬਤ ਆਪ ਕਰ ਰਹੇ ਹੋ। ਬਹੁਤ ਬੋਲਣ ਤੋਂ ਬਾਅਦ ਉੱਥੋਂ ਚਲਾ ਗਿਆ। ਮੈਂ ਵੀ ਸੋਚ ਲਿਆ ਸੀ ਕਿ ਅੱਜ ਦਰਵਾਜ਼ਾ ਨਹੀਂ ਖੋਲ੍ਹਾਂਗੀ। ਮੈਂ ਆਰਾਮ ਨਾਲ ਸੌਂ ਗਈ। ਮੈਂ ਸੋਚ ਲਿਆ ਕਿ ਜੋ ਹੋਵੇਗਾ ਦੇਖ ਲਵਾਂਗੇ। ਸਵੇਰੇ ਮੈਂ ਸੰਦੀਪ ਨੂੰ ਕਿਹਾ, ਤੂੰ ਆਪ ਹੀ ਸਕੂਲ ਜਾਇਆ ਕਰ, ਮੈਨੂੰ ਹੋਰ ਵੀ ਕੰਮ ਹੁੰਦੇ ਹਨ। ਉਹ ਚੁੱਪ ਸੀ, ਇੱਕ ਸ਼ਬਦ ਵੀ ਨਾ ਬੋਲਿਆ। ਆਪਣਾ ਬੈਗ ਚੁੱਕਿਆ ਤੇ ਘਰ ਤੋਂ ਬਾਹਰ ਚਲਾ ਗਿਆ। ਮੈਂ ਵੀ ਉਸ ਦੇ ਪਿੱਛੇ ਦੂਸਰੇ ਰਾਸਤੇ ਤੋਂ ਚਲੀ ਗਈ। ਮੈਂ ਦੇਖਣਾ ਚਾਹੁੰਦੀ ਸੀ ਕਿ ਕਿਹੜੀ ਸੰਗਤ ਵਿੱਚ ਪੈ ਗਿਆ ਹੈ, ਕਿਸ ਨੂੰ ਮਿਲਦਾ ਹੈ, ਕਿਉਂਕਿ ਉਹ ਆਪਣੀ ਉਮਰ ਨਾਲੋਂ ਵੱਡੇ ਕੰਮ ਕਰਦਾ ਸੀ। ਮੈਂ ਰਾਸਤਾ ਬਦਲ-ਬਦਲ ਕੇ ਉਸ ਦੇ ਪਿੱਛੇ ਤੁਰਦੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਮੈਂ ਉਸ ਦੇ ਪਿੱਛੇ ਹਾਂ। ਮੈਂ ਸਕੂਲ ਗਈ ਤਾਂ ਗਾਰਡ ਨੂੰ ਪੁੱਛਿਆ ਕਿ ਸੰਦੀਪ ਆ ਗਿਆ ਹੈ। ਉਸ ਨੇ ਕਿਹਾ, ਹਾਂ ਆ ਗਿਆ। ਮੈਂ ਬੇਫਿਕਰ ਹੋ ਕੇ ਘਰ ਨੂੰ ਵਾਪਸ ਆਉਣ ਲੱਗੀ। ਰਾਸਤੇ ਵਿੱਚ ਮੈਨੂੰ ਉਸ ਦਾ ਟੀਚਰ ਹਰਸ਼ ਮਿਲ ਗਿਆ। ਉਸਨੇ ਮੈਨੂੰ ਕਿਹਾ, ਤੂੰ ਮੇਰੇ ਨਾਲ ਤੂੰ ਕਿਉਂ ਕੀਤਾ? ਮੈਂ ਉਸ ਨੂੰ ਇਗਨੋਰ ਕਰਕੇ ਤੇਜ਼ ਚੱਲਣ ਲੱਗੀ, ਪਰ ਉਹ ਮੇਰੇ ਪਿੱਛੇ ਆ ਰਿਹਾ ਸੀ। ਫਿਰ ਮੈਂ ਇੱਕ ਥਾਂ 'ਤੇ ਖੜੀ ਹੋ ਗਈ ਤੇ ਉਸ ਨੂੰ ਕਿਹਾ, ਜੇ ਅਤੀਤ ਨਹੀਂ ਭੁਲਾਇਆ ਜਾਂਦਾ ਸੀ ਤਾਂ ਉਦੋਂ ਕਿੱਥੇ ਗਾਇਬ ਹੋ ਗਿਆ ਸੀ? ਹੁਣ ਮੈਂ ਆਪਣੇ ਘਰ ਵਿੱਚ ਬਹੁਤ ਖੁਸ਼ ਹਾਂ। ਮੇਰੇ ਪਿੱਛੇ ਆਉਣ ਦੀ ਤੇਰੀ ਬਹੁਤ ਵੱਡੀ ਭੁੱਲ ਹੈ। ਹੁਣ ਤੂੰ ਮੇਰੇ ਤੋਂ ਜੋ ਕਰਵਾਉਣਾ ਚਾਹੁੰਦਾ ਉਹ ਤੇਰੀ ਬਹੁਤ ਵੱਡੀ ਭੁੱਲ ਹੈ। ਮੈਂ ਉਸ ਨੂੰ ਇਹ ਗੱਲ ਕਹਿ ਕੇ ਤੇਜ਼ੀ ਨਾਲ ਆਪਣੇ ਘਰ ਵੱਲ ਚੱਲ ਪਈ ਤੇ ਘਰ ਆ ਕੇ ਦੇਖਿਆ ਘਰ 'ਤੇ ਲੱਗਾ ਜਿੰਦਾ ਹੁਣ ਉੱਥੇ ਨਹੀਂ ਸੀ। ਮੈਂ ਅੰਦਰ ਗਈ ਤਾਂ ਰਾਜ ਖੜ੍ਹੇ ਸੀ। ਆਪਣੇ ਘਰ ਵਾਲੇ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ, ਪਰ ਉਹ ਪਹਿਲਾਂ ਦੀ ਤਰ੍ਹਾਂ ਮੁਸਕਰਾ ਨਹੀਂ ਰਿਹਾ ਸੀ। ਥੱਕਿਆ-ਥੱਕਿਆ ਲੱਗ ਰਿਹਾ ਸੀ। ਮੈਂ ਉਹਨਾਂ ਦੇ ਲਾਗੇ ਗਲੇ ਨਾਲ ਲੱਗ ਗਈ, ਪਰ ਉਹ ਮੈਨੂੰ ਪਰੇ ਕਰਕੇ ਕਮਰੇ ਵਿੱਚ ਚਲੇ ਗਏ। ਮੈਂ ਉਹਨਾਂ ਦੇ ਇਸ ਵਰਤਾਵ ਤੋਂ ਬਹੁਤ ਪਰੇਸ਼ਾਨ ਸੀ। ਅਚਾਨਕ ਉਹਨਾਂ ਨੂੰ ਕੀ ਹੋ ਗਿਆ ਸੀ? ਮੇਰੇ ਦਿਮਾਗ ਵਿੱਚ ਆਇਆ, ਕਿਤੇ ਸੰਦੀਪ ਨੇ ਉਹਨਾਂ ਨੂੰ ਕੁਝ ਗਲਤ ਤਾਂ ਨਹੀਂ ਦੱਸ ਦਿੱਤਾ। ਉਹ ਨਹਾ ਧੋ ਕੇ ਬਾਹਰ ਆਏ ਤਾਂ ਮੈਂ ਕਿਹਾ, ਨਾਸ਼ਤਾ ਤਿਆਰ ਹੈ, ਆ ਜਾਓ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਨਾਸ਼ਤਾ ਕਰਕੇ ਆਇਆ ਹਾਂ। ਮੈਂ ਉਹਨਾਂ ਦੇ ਕੋਲ ਗਈ ਤੇ ਪੁੱਛਿਆ ਕਿ ਰਾਜ ਕੀ ਹੋ ਗਿਆ, ਤਾਂ ਉਸਨੇ ਕਿਹਾ, ਹਾਲੇ ਤਾਂ ਕੁਝ ਨਹੀਂ ਹੋਇਆ।
ਬਹੁਤ ਕੁਝ ਹੋਣਾ ਬਾਕੀ ਹੈ। ਤੂੰ ਇੱਥੋਂ ਜਾ ਅਤੇ ਆਪਣੀ ਮੌਜ ਕਰ। ਮੈਂ ਰੋਣ ਲੱਗੀ ਤੇ ਪਰਮਾਤਮਾ ਨੂੰ ਕਿਹਾ, ਮੇਰੇ ਅਤੀਤ ਤੋਂ ਮੇਰਾ ਪਿੱਛਾ ਛੁਡਾ ਦਿਓ। ਪਤਾ ਨਹੀਂ ਕਿਹੜੀ ਸਜ਼ਾ ਸੀ ਜੋ ਮੈਨੂੰ ਮਿਲ ਰਹੀ ਸੀ। ਸੰਦੀਪ ਦੇ ਆਉਣ ਤੇ ਰਾਜ ਦਾ ਮੂਡ ਬਿਲਕੁਲ ਠੀਕ ਸੀ। ਉਹ ਉਸ ਨਾਲ ਹੱਸ-ਹੱਸ ਗੱਲਾਂ ਕਰ ਰਿਹਾ ਸੀ ਅਤੇ ਮੈਨੂੰ ਕਿਹਾ ਕਿ ਹੁਣ ਮੈਂ ਆ ਗਿਆ ਹਾਂ, ਚੰਗਾ ਰਹੇਗਾ ਤੂੰ ਆਪਣੀ ਮੰਮੀ ਦੇ ਘਰ ਜਾ। ਮੈਨੂੰ ਸੰਦੀਪ ਤੋਂ ਬਹੁਤ ਨਫ਼ਰਤ ਹੋ ਚੁੱਕੀ ਸੀ। ਮੇਰੇ ਲਈ ਉਹ ਬਹੁਤ ਵੱਡੀ ਮੁਸੀਬਤ ਸੀ। ਮੈਂ ਕਿਹਾ, ਮੈਂ ਕਿਉਂ ਜਾਵਾਂ, ਹੁਣ ਤਾਂ ਤੁਸੀਂ ਆਏ ਹੋ। ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੇਰੇ ਘਰ ਤੋਂ ਫ਼ੋਨ ਆ ਗਿਆ, ਮੇਰੀ ਭਾਬੀ ਦੀ ਸਿਹਤ ਖਰਾਬ ਹੈ। ਰਾਜ ਮੈਨੂੰ ਉੱਥੇ ਉਤਾਰ ਕੇ ਘਰ ਵਾਪਸ ਆ ਗਿਆ ਸੀ। ਮੈਂ ਜਦੋਂ ਅੰਦਰ ਗਈ ਤਾਂ ਦੇਖਿਆ ਕਿ ਸਾਹਮਣੇ ਸੋਫੇ 'ਤੇ ਜੋ ਇਨਸਾਨ ਬੈਠਾ ਸੀ, ਮੇਰੇ ਅੱਖਾਂ ਅੱਗੇ ਹਨੇਰਾ ਛਾ ਗਿਆ ਕਿਉਂਕਿ ਉੱਥੇ ਹਰਸ਼ ਬੈਠਾ ਸੀ। ਉਸਨੇ ਮੈਨੂੰ ਨਹੀਂ ਦੇਖਿਆ ਸੀ। ਮੈਂ ਜਲਦੀ ਨਾਲ ਭੱਜ ਕੇ ਭਾਬੀ ਦੇ ਕਮਰੇ ਵਿੱਚ ਚਲੀ ਗਈ ਤੇ ਦੇਖਿਆ ਭਾਬੀ ਉੱਥੇ ਮੁਸਕਰਾ ਰਹੀ ਸੀ। ਮੈਂ ਕਿਹਾ, ਭਾਬੀ ਤੁਸੀਂ ਬਿਲਕੁਲ ਠੀਕ ਹੋ, ਫਿਰ ਤੁਸੀਂ ਕਿਉਂ ਝੂਠ ਬੋਲ ਰਹੇ ਹੋ? ਭਾਬੀ ਨੇ ਕਿਹਾ, ਤੂੰ ਇੱਥੇ ਆ ਮੇਰੇ ਕੋਲ। ਉਹ ਆਦਮੀ ਜੋ ਬਾਹਰ ਬੈਠਾ ਹੈ ਮੇਰੀ ਭੈਣ ਦੇ ਰਿਸ਼ਤੇ ਲਈ ਆਇਆ ਹੈ। ਮੈਂ ਚਾਹੁੰਦੀ ਹਾਂ ਕਿ ਤੇਰਾ ਭਰਾ ਉਸਨੂੰ ਚੰਗੀ ਤਰ੍ਹਾਂ ਮਿਲ ਲਵੇ। ਭਾਬੀ ਦੇ ਮੂੰਹ ਵੱਲ ਦੇਖ ਰਹੀ ਸੀ। ਉਹਨਾਂ ਕਿਹਾ, ਇਸ ਦਾ ਕੋਈ ਨਹੀਂ ਹੈ, ਜੋ ਕਰਨਾ ਇਸਨੇ ਆਪ ਹੀ ਕਰਨਾ। ਮੈਂ ਭਾਬੀ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਨਾਲ ਰਿਸ਼ਤਾ ਤੈਅ ਕਰਨਾ ਸੀ ਤਾਂ ਮੈਨੂੰ ਕਿਉਂ ਬੁਲਾਇਆ ਹੈ? ਮੈਂ ਆਪਣੀ ਭਾਬੀ ਨਾਲ ਨਾਰਾਜ਼ ਹੋ ਗਈ ਸੀ ਤੇ ਇੱਕ ਤਰਫ ਮੂੰਹ ਕਰਕੇ ਬਹਿ ਗਈ। ਉਹ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੈਨੂੰ ਗੁੱਸਾ ਆ ਰਿਹਾ ਸੀ। ਮੇਰੇ ਭਰਾ ਨੇ ਕਿਹਾ, ਜਲਦੀ ਨਾਲ ਰੋਟੀ ਲਾਓ। ਮੈਂ ਵੀ ਨਾ ਚਾਹੁੰਦੇ ਹੋਏ ਖਾਣਾ ਲਗਾਉਣ ਲੱਗੀ। ਇੱਕ ਮੁਸੀਬਤ ਇਹ ਸੀ ਕਿ ਮੈਨੂੰ ਉੱਥੇ ਬੈਠ ਕੇ ਉਹਨਾਂ ਦੇ ਨਾਲ ਖਾਣਾ ਖਾਣਾ ਪਿਆ। ਹਰਸ਼ ਮੇਰੇ ਮੂੰਹ ਵੱਲ ਲਗਾਤਾਰ ਦੇਖ ਰਿਹਾ ਸੀ। ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਰਾਜ ਤੇ ਸੰਦੀਪ ਆਏ ਤੇ ਕਹਿਣ ਲੱਗੇ, ਇੱਥੇ ਤਾਂ ਪਾਰਟੀ ਹੋ ਰਹੀ ਹੈ, ਉਹ ਵੀ ਸਾਡੇ ਤੋਂ ਬਿਨਾਂ। ਸੰਦੀਪ ਨੇ ਜਲਦੀ ਨਾਲ ਪਨੀਰ ਚੁੱਕਿਆ ਤੇ ਖਾਣ ਲੱਗਿਆ। ਜਦੋਂ ਰਾਜ ਤੇ ਸੰਦੀਪ ਆਏ ਤਾਂ ਹਰਸ਼ ਬਾਥਰੂਮ ਵਿੱਚ ਸੀ। ਸੰਦੀਪ ਨੇ ਹਰਸ਼ ਨੂੰ ਦੇਖ ਲਿਆ ਸੀ ਅਤੇ ਇੰਤਜ਼ਾਰ ਕਰ ਰਿਹਾ ਸੀ ਪਰ ਹਰਸ਼ ਜਾ ਚੁੱਕਾ ਸੀ। ਉਸ ਨੂੰ ਕੋਈ ਕੰਮ ਸੀ। ਸੰਦੀਪ ਤੇ ਰਾਜ ਨੂੰ ਵੀ ਮੇਰੇ ਭਰਾ ਨੇ ਹੀ ਬੁਲਾਇਆ ਸੀ। ਅੱਜ ਉਹ ਸਭ ਨੂੰ ਸਰਪ੍ਰਾਈਜ਼ ਦੇ ਰਹੇ ਸੀ। ਸੰਦੀਪ ਤੇ ਰਾਜ ਜਾਣ ਲੱਗੇ ਤਾਂ ਮੈਨੂੰ ਰਾਜ ਨੇ ਕਿਹਾ ਕਿ ਤੂੰ ਕੁਝ ਦਿਨ ਰਹਿ ਲੈ। ਮੈਂ ਕੁਝ ਦਿਨ ਉੱਥੇ ਰਹੀ। ਮੈਂ ਭਾਬੀ ਨਾਲ ਸ਼ਾਪਿੰਗ ਕਰਨੀ ਜਾਂਦੀ। ਭਾਬੀ ਦੀ ਹਰ ਗੱਲ ਹਰਸ਼ ਤੋਂ ਸ਼ੁਰੂ ਹੁੰਦੀ ਤੇ ਹਰਸ਼ 'ਤੇ ਹੀ ਖਤਮ ਹੁੰਦੀ। ਉਹ ਉਸ ਦੀਆਂ ਤਾਰੀਫਾਂ ਕਰਦੀ ਸੀ। ਇੱਕ ਦਿਨ ਮੈਂ ਭਾਬੀ ਨਾਲ ਸ਼ਾਪਿੰਗ ਕੀਤੀ। ਭਾਬੀ ਕੁਝ ਸਮਾਨ ਦੁਕਾਨ ਵਿੱਚ ਭੁੱਲ ਆਈ। ਉਹ ਸਮਾਨ ਦੁਬਾਰਾ ਲੈਣ ਗਈ ਤਾਂ ਮੈਂ ਸ਼ਾਪ ਦੇ ਬਾਹਰ ਹੀ ਇੱਕ ਸਾਈਡ 'ਤੇ ਖੜੀ ਹੋ ਗਈ ਕਿਉਂਕਿ ਮੇਰੇ ਕੋਲ ਸਮਾਨ ਬਹੁਤ ਜ਼ਿਆਦਾ ਸੀ। ਮੈਨੂੰ ਆਪਣੇ ਕੋਲ ਕਿਸੇ ਦੇ ਹੋਣ ਦਾ ਅਹਿਸਾਸ ਹੋਇਆ। ਮੈਂ ਦੇਖਿਆ ਉੱਥੇ ਹਰਸ਼ ਸੀ। ਮੈਂ ਉਸ ਨੂੰ ਕਿਹਾ, ਤੂੰ ਮੇਰਾ ਪਿੱਛਾ ਕਰ ਰਿਹਾ ਹੈ। ਮੈਂ ਤੇਰਾ ਪਿੱਛਾ ਕਿਉਂ ਕਰਾਂਗਾ? ਤੂੰ ਕਿਉਂ ਆਪਣੇ ਆਪ ਨੂੰ ਕਿਸੇ ਡਰ ਵਿੱਚ ਬੰਦ ਕਰ ਰੱਖਿਆ ਹੈ? ਤੇਰੇ ਆਲੇ ਦੁਆਲੇ ਪਰੇਸ਼ਾਨੀ ਹੀ ਹੈ। ਉਸ ਨੇ ਇਹ ਕਿਹਾ। ਪਤਾ ਨਹੀਂ ਕਦੋਂ ਦੇ ਰੁਕੇ ਹੰਝੂ ਮੇਰੀਆਂ ਅੱਖਾਂ ਵਿੱਚੋਂ ਨਿਕਲ ਗਏ। ਉਸ ਨੇ ਮੈਨੂੰ ਟਿਸ਼ੂ ਦਿੱਤਾ। ਮੈਂ ਆਪਣੇ ਹੰਝੂ ਸਾਫ਼ ਕਰ ਲਏ। ਇੰਨੇ ਨੂੰ ਭਾਬੀ ਆ ਗਈ। ਮੈਨੂੰ ਨਹੀਂ ਪਤਾ ਸੀ ਉਸ ਨੇ ਮੈਨੂੰ ਦੇਖਿਆ ਜਾਂ ਨਹੀਂ ਦੇਖਿਆ ਪਰ ਮੇਰੀ ਅੱਖਾਂ ਨੂੰ ਦੇਖ ਕੇ ਬੜੇ ਪਿਆਰ ਨਾਲ ਬੋਲਿਆ, ਕੀ ਹੋਇਆ? ਤਾਂ ਮੈਂ ਕਿਹਾ, ਕੁਝ ਨਹੀਂ, ਮਾਂ ਪਾਪਾ ਯਾਦ ਆ ਗਏ। ਅਸੀਂ ਘਰ ਗਏ। ਮੈਂ ਬਹੁਤ ਥੱਕ ਗਈ ਸੀ। ਘਰ ਪਹੁੰਚੇ ਤਾਂ ਮੇਰੇ ਭਰਾ ਦੀ ਆਵਾਜ਼ ਆ ਰਹੀ ਸੀ ਜਿੱਦਾਂ ਉਹ ਕਿਸੇ ਨਾਲ ਲੜ ਰਹੇ ਹੋਣ। ਮੈਂ ਅੰਦਰ ਜਾ ਕੇ ਦੇਖਿਆ ਤਾਂ ਰਾਜ ਅੰਦਰ ਹੀ ਸੀ। ਉਹ ਮੇਰੇ ਬਾਰੇ ਗੱਲ ਕਰ ਰਹੇ ਸਨ ਕਿ ਉਹ ਅਵਾਰਾ ਕੁੜੀ ਹੈ ਜੋ ਕਿ ਮੁੰਡਿਆਂ ਨਾਲ ਮਾਲ ਵਿੱਚ ਮਿਲਦੀ ਹੈ। ਮੇਰੇ ਭਰਾ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ। ਉਸ ਨੇ ਮੇਰੇ ਕੋਲ ਆ ਕੇ ਕਿਹਾ, ਬੱਚਾ, ਇਹ ਕੀ ਗੱਲ ਹੈ? ਮੇਰਾ ਭਰਾ ਮੈਨੂੰ ਹਮੇਸ਼ਾ ਤੋਂ ਹੀ ਬੱਚਾ ਕਹਿ ਕੇ ਬੁਲਾਉਂਦਾ ਸੀ। ਰਾਜ ਨੇ ਕਿਹਾ, ਸਾਡੀ ਤਾਂ ਕਿਸਮਤ ਫੁੱਟ ਗਈ ਜੋ ਅਸੀਂ ਇਸ ਨੂੰ ਆਪਣੇ ਘਰ ਲੈ ਆਏ। ਇਸ ਨੂੰ ਆਪਣੇ ਘਰ ਰੱਖੋ। ਮੇਰਾ ਹੁਣ ਇਸ ਨਾਲ ਕੋਈ ਰਿਸ਼ਤਾ ਨਹੀਂ। ਜਿੱਦਾਂ ਹੀ ਉਸ ਨੇ ਇਹ ਗੱਲ ਕਹੀ ਮੈਂ ਆਪਣੇ ਭਰਾ ਨੂੰ ਕਿਹਾ, ਤੁਸੀਂ ਹਰਸ਼ ਤੇ ਸੰਦੀਪ ਨੂੰ ਫੋਨ ਕਰਕੇ ਬੁਲਾਓ। ਮੇਰੇ ਭਰਾ ਨੇ ਦੋਨਾਂ ਨੂੰ ਫੋਨ ਕੀਤਾ। ਹਰਸ਼ ਜਿਵੇਂ ਹੀ ਘਰ ਆਇਆ ਰਾਜ ਦੀ ਨਜ਼ਰ ਉਸ 'ਤੇ ਪਈ। ਰਾਜ ਤੇ ਹਰਸ਼ ਦੋਨੋਂ ਇੱਕ ਦੂਸਰੇ ਨੂੰ ਦੇਖ ਕੇ ਰੋਣ ਲੱਗ ਪਏ। ਰਾਜ ਨੇ ਕਿਹਾ, ਇਹ ਤਾਂ ਮੇਰਾ ਭਰਾ ਹੈ, ਪਤਾ ਨਹੀਂ ਕੁਝ ਸਾਲ ਪਹਿਲਾਂ ਕਿੱਥੇ ਚਲਾ ਗਿਆ ਸੀ। ਦੋਨੋਂ ਭਰਾ ਰੋਣ ਲੱਗੇ ਅਤੇ ਆਪਣੇ ਅਤੀਤ ਵਿੱਚ ਚਲੇ ਗਏ। ਹਰਸ਼ ਨੇ ਕਿਹਾ, ਮੈਂ ਬਹੁਤ ਸਾਲ ਪਹਿਲਾਂ ਆਰਮੀ ਜੁਆਇਨ ਕਰ ਲਈ ਸੀ। ਆਰਮੀ ਵਾਲਿਆਂ ਦਾ ਤੁਹਾਨੂੰ ਪਤਾ ਹੀ ਹੈ, ਕਦੀ ਕਿਤੇ ਡਿਊਟੀ ਲੱਗਦੀ ਹੈ ਤੇ ਕਦੀ ਕਿਤੇ। ਮੇਰੀ ਡਿਊਟੀ ਬਾਰਡਰ 'ਤੇ ਸੀ ਤੇ ਅਲਰਟ ਜਾਰੀ ਹੋ ਗਿਆ ਸੀ। ਮੈਨੂੰ ਪਤਾ ਨਾ ਲੱਗਾ ਅੱਜ ਮੈਂ ਫਿਰ ਬਾਰਡਰ ਕ੍ਰਾਸ ਕਰ ਗਿਆ ਅਤੇ ਉਹਨਾਂ ਦੀ ਕੈਦ ਵਿੱਚ 5 ਸਾਲ ਰਿਹਾ। ਉਹ 5 ਸਾਲ ਮੇਰੇ ਲਈ 500 ਸਾਲ ਦੇ ਬਰਾਬਰ ਸੀ। ਮੈਂ ਆਪਣੇ ਸਾਥੀ ਨੂੰ ਚੇਨ ਦਿੱਤੀ ਕਿ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਘਰ ਦੇ ਦੇਈਂ। ਇਸ ਤੋਂ ਪਹਿਲਾਂ ਕਿ ਕੁਝ ਹੁੰਦਾ, ਉਸ ਦੀ ਮੌਤ ਮੇਰੇ ਤੋਂ ਪਹਿਲਾਂ ਹੋ ਗਈ। ਉਸ ਦੇ ਗਲ ਵਿੱਚ ਪਈ ਚੈਨ ਅਖਬਾਰ ਵਿੱਚ ਜ਼ੂਮ ਕਰਕੇ ਦਿਖਾਈ ਗਈ। ਸਭ ਨੇ ਸੋਚ ਲਿਆ ਮੈਂ ਹੀ ਹਾਂ। ਮੇਰੇ ਪਾਪਾ ਨੂੰ ਯਕੀਨ ਸੀ ਕਿ ਮੈਂ ਜਿਉਂਦਾ ਹਾਂ ਅਤੇ ਉਹ ਬਾਰਡਰ ਦੇ ਕੋਲ ਝੁੱਗੀ ਬਣਾ ਕੇ ਰਹਿਣ ਲੱਗੇ।
ਜਦੋਂ ਮੈਂ ਉਸ ਦੀ ਜੇਲ੍ਹ 'ਚੋਂ ਰਿਹਾ ਹੋਇਆ, ਮੈਂ ਪਾਪਾ ਨੂੰ ਪਹਿਚਾਣ ਲਿਆ, ਪਰ ਇੰਨਾ ਚਿਰ ਜੇਲ੍ਹ 'ਚ ਰਹਿਣ ਕਰਕੇ ਮੈਂ ਆਪਣੇ ਘਰ ਦਾ ਪਤਾ ਭੁੱਲ ਗਿਆ ਅਤੇ ਪਾਪਾ ਦੀ ਯਾਦਦਾਸ਼ਤ ਵੀ ਕਮਜ਼ੋਰ ਹੋ ਗਈ ਸੀ। ਉਹਨਾਂ ਨੂੰ ਘਰ ਦਾ ਪਤਾ ਨਹੀਂ ਸੀ ਯਾਦ। ਫਿਰ ਮੈਂ ਪਾਪਾ ਨਾਲ ਇਸ ਸ਼ਹਿਰ ਵਿੱਚ ਪਤਾ ਨਹੀਂ ਕਿੱਦਾਂ ਆ ਗਿਆ, ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉੱਥੇ ਮੇਰੀ ਮੁਲਾਕਾਤ ਸੰਦੀਪ ਨਾਲ ਹੋਈ ਤੇ ਮੈਂ ਉਸ ਨੂੰ ਪਹਿਚਾਣ ਲਿਆ। ਜਦੋਂ ਮੈਂ ਗਿਆ ਸੀ ਉਹ ਬਹੁਤ ਛੋਟਾ ਸੀ, ਪਰ ਉਸ ਦੀ ਗੱਲ ਤੇ ਨਿਸ਼ਾਨ ਮੈਨੂੰ ਯਾਦ ਸੀ। ਮੈਂ ਉਸ ਨੂੰ ਸਭ ਕੁਝ ਆਪਣੇ ਬਾਰੇ ਦੱਸ ਦਿੱਤਾ। ਉਸ ਨੇ ਮੈਨੂੰ ਕਿਹਾ ਕਿ ਤੁਹਾਨੂੰ ਮੇਰੀ ਭਾਬੀ ਹੀ ਘਰ ਲੈ ਕੇ ਜਾ ਸਕਦੀ ਹੈ, ਪਰ ਮੈਂ ਜਿੰਨੀ ਵਾਰੀ ਇਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਇਸ ਨੇ ਹਮੇਸ਼ਾ ਹੀ ਮੈਨੂੰ ਗਲਤ ਜਵਾਬ ਦਿੱਤਾ। ਕਿਉਂਕਿ ਅਸੀਂ ਕਿਸੇ ਟਾਈਮ ਇਕੱਠੇ ਪੜ੍ਹਦੇ ਸੀ ਅਤੇ ਇੱਕ ਦੂਜੇ ਨੂੰ ਪਸੰਦ ਕਰਦੇ ਸੀ। ਸ਼ਾਇਦ ਇਹੀ ਵਜ੍ਹਾ ਸੀ ਕਿ ਹੁਣ ਮੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਇਸ ਦਾ ਵਿਆਹ ਤੇਰੇ ਨਾਲ ਹੋ ਚੁੱਕਾ ਹੈ। ਪਿਛਲੇ ਕਮਰੇ ਵਿੱਚੋਂ ਇੱਕ ਬਜ਼ੁਰਗ ਆਦਮੀ ਬਾਹਰ ਆਇਆ ਤੇ ਆਪਣੇ ਤਿੰਨੇ ਮੁੰਡਿਆਂ ਨੂੰ ਗਲ ਲਾਇਆ। ਸੰਦੀਪ ਬਹੁਤ ਖੁਸ਼ ਸੀ ਕਿਉਂਕਿ ਉਹ ਸਭ ਤੋਂ ਛੋਟਾ ਸੀ। ਆਪਣੇ ਪਿਓ ਦਾ ਪਿਆਰ ਮਿਲ ਗਿਆ ਸੀ। ਰਾਜ ਨੇ ਮੇਰੇ ਤੋਂ ਮਾਫ਼ੀ ਮੰਗੀ ਕਿ ਮੈਨੂੰ ਮਾਫ਼ ਕਰ ਦੇ। ਮੈਂ ਉਸ ਨੂੰ ਮਾਫ਼ ਕਰ ਦਿੱਤਾ। ਅਸੀਂ ਸਾਰੇ ਇਕੱਠੇ ਰਹਿਣ ਲੱਗੇ ਤੇ ਸਾਡਾ ਪਰਿਵਾਰ ਬਹੁਤ ਖੁਸ਼ ਹੈ। ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ 'ਤੇ ਪਹਿਲੀ ਵਾਰੀ ਆਏ ਹੋ, ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰੱਬ ਰਾਖਾ।